परम सत्कारयोग सतगुरां दी साजी निवाजी गुरु रूप प्यारी साध संगत जी। गुरु साहिब जी महाराज ने कृपा की है, परमात्मा दे दर ते आपो अपनियां हाजरियां लवाउण वास्ते पहुँचे हाँ। सतगुरु जी किरपा करते हैं, गुरु की बाणी दे नाल जुड़न का सुभाग समा सतगुरु महाराज जी बख्शते ने। जिथे सतगुरां ने सानू गुरबाणी बख्शी है, नाल नाल गुरु का इतिहास भी बख्शिया है। दुनिया का 700 धर्म है, 700 धर्म का 18,000 ग्रंथ है। सारे धर्म बड़े सत्कारयोग ने, सारे ग्रंथ बड़े सत्कारयोग ने, पर सबसे श्रेष्ठ श्री गुरु ग्रंथ साहिब जी महाराज ने। क्यों? क्योंकि जो भी सतगुरां ने गुरबाणी दे विच दर्ज कीता है वो इन बिन सच ही दर्ज कीता है। किरती भगतां दी ही बाणी दर्ज कीती है। जिहड़े अपनी किरत करके किरत नहीं करते सी, छड्ड के किरत नूं विहले बहिंदे सन, उन्हां दी बाणी दर्ज नहीं कीती। शब्द दा ही इत्थे केवल ते केवल शब्द दा हुक्म चलना है। आप जी विसाखी के दिहाड़े के संबंध में आपां गुरु का इतिहास काफ़ी दिनों तो सरवण कर रहे हैं, जिस दे विच बाबे पिरथी चंद का नेड़ दी रिश्तेदारी 8 गुरुआं दे नाल आपां सरवण कीती है। पर इतना नज़दीकी होना गुरुआं दे फिर भी पिरथी चंद नूं रहिंदी दुनिया तक लाहणतां पैंदियां ने। इहदा कारण यही है कि उन्हें गुरु का हुक्म नहीं मन्निया सी, ते जिहड़ा उन्हें हरमंदर साहिब तैयार कीता सी अपने सहुरे पिंड, उस हरमंदर साहिब दे विच एक ग्रंथ की भी रचना की सी। ते जिहड़ियां भोली भाली संगत होंदी सी उन्हां नूं प्रेरित करके उत्थे लै जांदे सी। आउंदे जांदिआं नूं प्रशादा पानी छकाउणा, क्योंकि पिरथी चंद सी जिहड़े ये बहुत सारी पढ़ाई भी इन्हां ने कीती हुई सी। हरमंदर साहिब का जिन्ना हिसाब किताब से सारे का सारा पिरथी चंद कोल ही हुंदा सी। गुरु अर्जन देव साहब महाराज इस तो लिखवा लेंदे सब कुछ। चलो संगतां नूं ये लै जा करन, संगतां नूं उत्थे जिहड़ी सतगुरां दी गुरबाणी सी ना, वो गुरबाणी दे विच कुछ गल्लां कुछ पंगतियां पिरथी चंद ने अपनियां विच मिक्स करतियां, मिलावट करती। भाव जिथे गुरु का हुक्म लिखिया हुंदा सी उत्थे उन्हें अपना नाम दर्ज करता।
ਇਹ ਬੜਾ ਸਮਾਜ ਦੇ ਵਿੱਚ ਦੌਰ ਹੈ ਜਿਹੜਾ ਚੱਲਿਆ ਹੈ। ਜਿੱਥੇ ਪਿਰਥੀ ਚੰਦ ਨੇ ਗੁਰਬਾਣੀ ਦੇ ਵਿੱਚ ਮਿਲਾਵਟ ਕੀਤੀ ਨਾ, ਉੱਥੇ ਸੰਗਤਾਂ ਸਾਰੀ ਦੀਆਂ ਸਾਰੀਆਂ ਉਹੀ ਗੁਰਬਾਣੀ ਨੂੰ ਪੜ੍ਹ ਲਿਆ ਕਰਨ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਬਹੁਤੇ ਸਾਧਨ ਤੇ ਨਹੀਂ ਹੁੰਦੇ ਸਨ। ਇੱਕ ਦਿਨ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਸੰਗਤਾਂ ਆਈਆਂ। ਸੰਗਤ ਗੁਰੂ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਬੈਠ ਗਈ, ਤੇ ਪਰ ਆਏ ਉਹ ਪਿਰਥੀ ਚੰਦ ਕੋਲੋਂ ਸੀਗੇ, ਤੇ ਉਹਨਾਂ ਨੇ ਜਿਹੜੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸੰਗਤ ਨੇ, ਉਹ ਬਾਣੀ ਦੇ ਵਿੱਚ ਸੀ ਜਿਹੜੀਆਂ ਪਿਰਥੀ ਚੰਦ ਨੇ ਆਪਣੀਆਂ ਤੁਕਾਂ ਜਿਹੜੀਆਂ ਪੜ੍ਹਾਈਆਂ ਸੀ, ਸੰਗਤ ਉਹੀ ਪੜ੍ਹੀ ਜਾਵੇ। ਹੁਣ ਅਨਪੜ੍ਹ ਅਨਭੌਲ ਸੰਗਤ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਪਿਰਥੀ ਚੰਦ ਨੇ ਆਪਣੀ ਮਿਲਾਵਟ ਕੀਤੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਹੀ ਤੇ ਕੋਈ ਬਹੁਤੇ ਗੁਰਦੁਆਰੇ ਹੁੰਦੇ ਸੀ, ਨਾ ਕੋਈ ਪੋਥੀ ਹੁੰਦੀ ਸੀ, ਨਾ ਕੋਈ ਸਾਧਨ ਹੁੰਦਾ ਸੀ ਵੀ ਕਦੇ ਕਦਾਈ ਰੱਬੀ ਸਬੱਬੀ ਕੋਈ ਸਾਲ 6 ਮਹੀਨਿਆਂ ਤੋਂ ਗੇੜੇ ਮਾਰਦੇ ਪਰਮਾਤਮਾ ਦੇ ਘਰ ਵਿੱਚ। ਜਦੋਂ ਸੰਗਤ ਨੇ ਇਸੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ, ਉਹ ਕਹਿਣ ਲੱਗੇ, ਬਾਬਾ ਜੀ ਕਹਿੰਦੇ ਜਿਹੜੀ ਸੰਗਤ ਗੁਰਬਾਣੀ ਪੜ੍ਹੀ ਜਾਂਦੀ ਹੈ, ਇਹ ਕਿਹਦੀਆਂ ਬਾਣੀ ਪੜ੍ਹੀ ਜਾਂਦੀ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਤੁਹਾਡੇ ਸਕੇ ਭਰਾ ਪਿਰਥੀ ਚੰਦ ਦੀ ਬਾਣੀ ਪੜ੍ਹੀ ਜਾਂਦੀ ਹੈ। ਕਹਿੰਦੇ ਪਿਰਥੀ ਚੰਦ ਦੀ? ਕਹਿੰਦੇ ਮਹਾਰਾਜ ਉਹਨੇ ਇਕੱਲਾ ਹਰਿਮੰਦਰ ਸਾਹਿਬ ਨਹੀਂ ਤਿਆਰ ਕੀਤਾ, ਉਹਦੇ ਵਿੱਚ ਇੱਕ ਗ੍ਰੰਥ ਵੀ ਉਹਨੇ ਲਿਖ ਕੇ ਰੱਖਿਆ ਹੋਇਆ ਹੈ। ਮਹਾਰਾਜ ਜਾਣੀ ਜਾਣ ਸਨ, ਕਹਿਣ ਲੱਗੇ ਬਾਬਾ ਜੀ ਉਹਨਾਂ ਨੇ ਕਿਹੋ ਜਿਹਾ ਗ੍ਰੰਥ ਲਿਖਿਆ? ਕਹਿੰਦੇ ਬਾਣੀ ਇਹੋ ਹੀ ਹੈ, ਪਰ ਇਹਦੇ ਵਿੱਚ ਸੀ ਜਿਹੜੀ ਉਹਨੇ ਮਿਲਾਵਟ ਕਰਕੇ ਆਪਣਾ ਜਿਹੜਾ ਨਾਮ ਸੀ ਵਿੱਚ ਦਰਜ ਕਰਤਾ ਪੰਗਤੀਆਂ ਦੇ। ਬਾਣੀ ਇਹੋ ਹੈ। ਜਦੋਂ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗੀ ਨਾ, ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਇਹ ਤਾਂ ਫਿਰ ਪਿਰਥੀ ਚੰਦ ਹੁਣ ਜ਼ਿਆਦਾ ਹੀ ਗੁਰੂ ਘਰ ਦੀ ਇਸ ਤੋਂ ਅੱਗੇ ਤੇ ਹੁਣ ਵਿਰੋਧਤਾ ਕੀ ਕਰੇਗਾ? ਇਸ ਤੋਂ ਅੱਗੇ ਤੇ ਹੁਣ ਕੋਈ ਰਹਿ ਨਹੀਂ ਗਿਆ ਕਰਮ ਜਿਹੜਾ ਇਹ ਕਰੇ। ਜਦੋਂ ਇਹ ਗੱਲ ਸਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਪਤਾ ਲੱਗੀ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਬਚਨ ਕੀਤੇ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਿੰਨੀਆਂ ਪੋਥੀਆਂ ਨੇ ਉਹਨਾਂ ਸਾਰੀਆਂ ਨੂੰ ਇਕੱਤਰ ਕਰੋ, ਤਾਂ ਕਿ ਸਾਰੇ ਗੁਰੂਆਂ ਦੀ ਬਾਣੀ ਜਿਹੜੀ ਹੈ ਉਹ ਆਪਾਂ ਪੋਥੀ ਦੇ ਵਿੱਚ ਦਰਜ ਕਰਨੀ। ਜਿੱਥੋਂ ਸ਼ੁਰੂਆਤ ਹੋਈ ਸੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਸੀਂ ਬਾਣੀ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕਰਨ ਦੀ, ਪੋਥੀਆਂ ਦੀ ਰਚਨਾ ਕਰਨ ਦੀ ਕਿਉਂ ਲੋੜ ਪੈ ਗਈ ਸੀ? ਕਿਉਂ ਕੀਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਰਚਨਾ? ਕਾਰਨ ਕਿ ਪਿਰਥੀ ਚੰਦ ਨੇ ਆਪਣੀ ਬਾਣੀ ਸੰਗਤਾਂ ਨੂੰ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਇਸੇ ਕਾਰਨ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਹਿਣ ਲੱਗੇ, ਚਲੋ ਹੁਣ ਜਿੰਨੀ ਗੁਰੂਆਂ ਦੀ ਬਾਣੀ ਹੈ, ਕਿਉਂਕਿ ਇਹ ਸਾਰੀ ਦੀ ਸਾਰੀ ਇੱਕ ਜਗ੍ਹਾ ਤੇ ਦਰਜਨ ਕਰਨੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਹੜੀ ਵਸਤੂ ਕੋਈ ਨਹੀਂ ਨਾ ਲੈ ਸਕਿਆ ਸੀ ਗੁਰੂ ਨਾਨਕ ਦੇ ਘਰ ਵਿੱਚ। ਦੇਖੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ 2 ਸੁਪੁੱਤਰ ਸਨ, ਪਰ ਗੁਰਤਾ ਗੱਦੀ ਨਹੀਂ ਲੈ ਸਕੇ। ਕਾਰਨ ਕੀ ਸੀਗਾ ਕਿ ਉਹਨਾਂ ਨੂੰ ਜਨਮ ਤੋਂ
ਗੁਰਮਤਿ ਸੀ ਜਿਹੜੀ ਉਹ ਨਹੀਂ ਮਿਲੀ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਬਹੁਤਾ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਬਾਹਰ ਬਤੀਤ ਕੀਤਾ ਸੀ। ਤੇ ਜਦੋਂ ਇਹ ਗੱਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਭਾਈ ਲਹਿਣੇ ਨੂੰ ਗੁਰਤਾ ਗੱਦੀ ਮਿਲੀ, ਸੇਵਾਦਾਰ ਨੂੰ ਲਹਿਣੇ ਨੂੰ ਗੁਰਤਾ ਗੱਦੀ ਕਦੋਂ ਮਿਲੀ ਸੀ? ਇਹ ਗੁਰਤਾ ਗੱਦੀ ਭਾਈ ਲਹਿਣੇ ਨੂੰ ਉਦੋਂ ਮਿਲੀ ਸੀ, ਗੁਰੂ ਨਾਨਕ ਨੇ ਐਵੇਂ ਨਹੀਂ ਮੱਥਾ ਟੇਕਿਆ। ਜਦੋਂ ਭਾਈ ਲਹਿਣਾ ਖਤਮ ਹੋ ਗਿਆ ਤੇ ਕੱਲੇ ਦਾ ਕੱਲਾ ਸ਼ਬਦ ਰਹਿ ਗਿਆ ਸੀ, ਸਰੀਰ ਨੂੰ ਨਹੀਂ, ਸ਼ਬਦ ਨੂੰ ਗੁਰਤਾ ਗੱਦੀ ਹੈ। ਜਦੋਂ ਭਾਈ ਲਹਿਣਾ ਇੱਕ ਪਾਸੇ ਹੋ ਗਿਆ ਤੇ ਕੇਵਲ ਕੱਲਾ ਸ਼ਬਦ ਰਹਿ ਗਿਆ, ਉਦੋਂ ਗੁਰਤਾ ਗੱਦੀ ਸੀ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਭਾਈ ਲਹਿਣਾ ਜੀਆਂ ਦੇ ਸਰੀਰ ਨੂੰ ਦਿੱਤੀ। ਜਦੋਂ ਲਹਿਣਾ ਇੱਕ ਪਾਸੇ ਹੋ ਗਿਆ ਸੀ ਤੇ ਕੇਵਲ ਕੱਲਾ ਸ਼ਬਦ ਰਹਿ ਗਿਆ ਸੀ। ਗੁਰਤਾ ਗੱਦੀ ਸ਼ਬਦ ਨੂੰ ਹੈ, ਸਰੀਰ ਨੂੰ ਨਹੀਂ ਹੈ। ਸਰੀਰ ਨੂੰ ਕੁਛ ਨਹੀਂ ਹੈ, ਇੱਥੇ ਕੁਛ ਵੀ ਨਹੀਂ ਹੈ। ਜਿੰਨੀ ਬਾਣੀ ਪੜ੍ਹਦੇ ਹੋ ਪੜ੍ਹ ਲਿਓ, ਕੁਛ ਵੀ ਨਹੀਂ ਹੈ ਸਰੀਰ ਨੂੰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਸ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਸਮਾਂ ਆਇਆ, ਫਿਰ ਵੀ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ। ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਸਮਾਂ ਆਇਆ, ਫਿਰ ਵੀ ਗੁਰਤਾ ਗੱਦੀ ਨਹੀਂ ਮਿਲੀ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਸਮਾਂ ਆਇਆ, ਚੌਥੇ ਪਾਤਸ਼ਾਹ ਮਹਾਰਾਜ ਦਾ, ਪੰਜਵੀਂ ਜਗ੍ਹਾ ਤੇ ਸਭ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਵੱਖਰੇ ਇੱਕ ਪੁੱਤਰ ਹੋਏ ਨੇ, ਜਿਹਨੇ ਪੁੱਤਰ ਨੂੰ ਗੁਰਤਾ ਗੱਦੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸਭ ਤੋਂ ਪਹਿਲਾਂ ਮਿਲੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਕਿਸੇ ਪੁੱਤ ਨੂੰ ਗੁਰਤਾ ਗੱਦੀ ਨਹੀਂ ਮਿਲੀ ਸੀ। ਇਹਦਾ ਵੀ ਕਾਰਨ ਕੀ ਸੀਗਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਸਭ ਤੋਂ ਪਹਿਲੇ ਐਸੇ ਸੁਪੁੱਤਰ ਹੋਏ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ। ਪਹਿਲਾਂ ਵਾਲਿਆਂ ਨੂੰ ਕਿਉਂ ਨਹੀਂ ਮਿਲੀ? ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਜਿਹੜੇ ਪਹਿਲਾਂ ਬਚਪਨ ਦੇ 12 ਸਾਲ ਸੀ, ਉਹ ਆਪਣੇ ਨਾਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਬਤੀਤ ਹੋਏ ਸੀ। ਚਲੋ ਹੋਰ ਥੋੜ੍ਹਾ ਜਿਹਾ ਗੁਰਬਾਣੀ ਦੇ ਵਿੱਚ ਦਰਜ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਪਰਥਾਈ ਸ਼ਬਦ ਹੈ ਕਿ ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ, ਤੁਸੀਂ ਜਨਮ ਤੋਂ ਲੈ ਕੇ ਹੀ ਤੁਹਾਨੂੰ ਜਿਹੜੀ ਹੈ ਉਹ ਗੁਰਮਤ ਦੀ ਪਹਿਚਾਣ ਹੈ। ਤੁਸੀਂ ਜਨਮ ਤੋਂ ਲੈ ਕੇ ਗੁਰਮਤ ਨੂੰ ਧਾਰਨ ਕੀਤਾ ਹੋਇਆ ਹੈ। ਜਨਮ ਤੋਂ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਜਨਮ ਤੋਂ, ਤੇ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਜਵਾਨੀ ਤੋਂ, ਤੇ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਬੁਢੇਪੇ ਤੋਂ। ਪਰਮਾਤਮਾ ਦੇ ਘਰ ਦੇ ਵਿੱਚ ਉਮਰ ਦੀ ਲਿਹਾਜ਼ ਨਹੀਂ ਕੀਤੀ ਜਾ ਸਕਦੀ, ਅਸੀਂ ਪਹਿਲਾਂ ਵੀ ਸਰਵਣ ਕਰ ਚੁੱਕੇ ਹਾਂ। ਪਰ ਜਿਹੜਾ ਮਨੁੱਖ ਬਚਪਨ ਦੇ ਵਿੱਚ ਜਨਮ ਤੋਂ ਲੈ ਕੇ 12 ਸਾਲ ਤੱਕ ਸਿੱਖ ਗਿਆ, ਸਾਰੀ ਜ਼ਿੰਦਗੀ ਕਦੇ ਭੁੱਲੇਗਾ ਨਹੀਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਨਮ ਤੋਂ ਲੈ ਕੇ 12 ਸਾਲ ਰਹੇ ਨੇ ਆਪਣੇ ਨਾਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ। ਤੇ ਗੁਰੂ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੂੰ ਬਾਬਾ ਮੋਹਣੀ ਜੀ ਅਤੇ ਬਾਬਾ ਮੋਹਰੀ ਜੀ ਇਹਨਾਂ ਦੇ ਮਾਮਾ ਜੀ ਸਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ, ਜਿਨ੍ਹਾਂ ਨੇ ਗੁਰਮਤਿ ਦੀ ਵਿੱਦਿਆ ਸਿਖਾਈ ਹੈ ਬਚਪਨ ਦੇ ਵਿੱਚ। 12 ਸਾਲ ਤੋਂ ਪਹਿਲਾਂ ਗੁਰਮਤਿ ਦੀ ਵਿੱਦਿਆ ਸਿਖਾਈ ਹੈ ਜਿਹਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਪਰਥਾਈ ਵਚਨ ਉਚਾਰਨ ਕੀਤਾ, ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਜਨਮ ਤੋਂ ਲੈ ਕੇ ਦੁਨੀਆ ਬੱਚਿਆਂ ਨੂੰ ਸੁਧਾਰਦੀ ਹੈ ਜਦੋਂ ਬਚਪਨੇ ਤੋਂ ਅਗਾਹਾਂ ਲੰਘ ਜਾਂਦੇ ਨੇ, ਜਵਾਨੀ 'ਚ ਪੈਰ ਧਰਦੇ ਨੇ।
ਇਹ ਘਰ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਬੱਚੇ ਨੂੰ ਸੇਧ ਦੇਣੀ ਹੈ, ਸਤਿਗੁਰਾਂ ਦੀ ਗੁਰਬਾਣੀ ਦਾ ਸ਼ਬਦ ਦੇਣਾ ਤੇ ਉਹਦੇ ਜਨਮ ਤੋਂ ਪਹਿਲਾਂ ਦਿਓ। ਜਨਮ ਤੋਂ ਪਹਿਲਾਂ ਉਲੰਘਣਾ ਹੋ ਗਈ ਨਾ ਮਹਾਰਾਜ ਦੇ ਸ਼ਬਦ ਦੀ। ਦੁਨੀਆ ਕਹਿੰਦੀ ਹੈ ਜਵਾਨੀ ਦੇ ਵਿੱਚ ਹੁਣ ਤੁਸੀਂ ਬੱਚੇ ਸੁਧਰ ਜਾਓ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਤੂੰ ਸੁਧਾਰਨੇ ਚਾਹੁੰਦਾ ਹੈ ਤੇ 12 ਸਾਲ ਤੋਂ ਪਹਿਲਾਂ ਇਹਨੂੰ ਗੁਰਮਤ ਸਾਰੀ ਸੀ ਜਿਹੜੀ, ਉਹ ਗੁਰਮਤ ਦੀ ਵਿੱਦਿਆ ਪੜ੍ਹਾ ਦੇਣੀ ਸੀਗੀ। ਤੇ ਹੁਣ ਤਾਂ ਬੰਦੇ ਦੀ 70 ਸਾਲ ਉਮਰ ਹੋ ਜੇ, 90 ਸਾਲ ਉਮਰ ਹੋ ਜੇ, ਭਾਵੇਂ 100 ਸਾਲ ਦਾ ਹੋ ਜੇ, ਬਾਕੀ ਤਾਂ ਸਾਰਾ ਕੁਛ ਇਹਦੇ ਯਾਦ ਰਹਿ ਜਾਂਦਾ ਹੈ। 50 ਸਾਲ ਪਹਿਲਾਂ ਕੀ ਹੋਇਆ ਸੀ, 40 ਸਾਲ ਪਹਿਲਾਂ ਕਿਹਦੇ ਨਾਲ ਲੜਾਈ ਹੋਈ ਸੀ, ਕਿਹਦੇ ਨਾਲ ਸਾਡਾ ਮੇਲ ਮਿਲਾਪ ਹੋਇਆ ਸੀਗਾ, ਅੱਜ ਤੋਂ 60 ਸਾਲ ਪਹਿਲਾਂ ਕੀ ਹੋਇਆ ਸੀ, ਉਹ ਤਾਂ ਸਾਰਾ ਕੁਛ ਮਨੁੱਖ ਦੇ ਦਿਮਾਗ ਦੇ ਵਿੱਚ ਫਿੱਟ ਕਰਕੇ ਰੱਖਿਆ ਹੋਇਆ ਹੈ। ਪਰ ਸਾਰੀ ਦੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਕਿਸੇ ਦੇ ਯਾਦ ਹੀ ਨਹੀਂ ਹੋਣਗੀਆਂ। ਇਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ, ਇਹ ਹੋ ਨਹੀਂ ਸਕਦਾ ਵੀ ਕਿਸੇ ਦੇ ਕੰਠ ਹੋਵੇ। ਕੋਈ ਬੰਦਾ ਕਹਦੇ ਵੀ ਮੈਂ ਤਾਂ 70 ਸਾਲ ਦਾ ਹੋ ਗਿਆ ਤੇ 70 ਸਾਲ ਦੇ ਵਿੱਚ ਮੈਂ ਜਪਜੀ ਸਾਹਿਬ ਦਾ ਪਾਠ ਕੰਠ ਕਰ ਲਿਆ, ਕਰ ਹੀ ਨਹੀਂ ਸਕਦਾ ਕੋਈ, ਕਰਦੇ ਹੀ ਨਹੀਂ। ਚਲੋ ਕੰਠ ਕਰਨ ਦੀ ਗੱਲ ਛੱਡੋ, ਜੇ ਪੜ੍ਹਨ ਦੀ ਗੱਲ ਵੀ ਕਰ ਲਈ, ਇਹ 70 ਸਾਲ ਤੇਰੇ ਬਤੀਤ ਹੋ ਗਏ ਨੇ, 50 ਸਾਲ ਬਤੀਤ ਹੋ ਗਏ, 40 ਸਾਲ ਹੋ ਗਏ, 30 ਸਾਲ ਹੋ ਗਏ, 20 ਸਾਲ ਦਾ ਹੋ ਗਿਆ। 20 ਸਾਲ ਦੀ ਉਮਰ ਤੱਕ ਕਿਸੇ ਨੂੰ ਪੁੱਛ ਲਿਓ ਕਿ ਜਪਜੀ ਸਾਹਿਬ ਦਾ ਪਾਠ ਕਿੰਨਾ ਕੀਤਾ ਹੈ, ਕਿੰਨਾ ਕੀਤਾ ਹੈ, ਅੰਦਾਜ਼ਾ ਲਾ ਕੇ ਦੱਸ ਦੂ ਤੁਹਾਨੂੰ। 2-4 ਵਾਰੀ ਤਾਂ ਕੀਤਾ ਹੀ ਹੋਣਾ 20 ਸਾਲ 'ਚ, ਅੰਦਾਜ਼ਾ ਲਾ ਕੇ ਦੱਸ ਦੂ ਨਾਲ ਦੀ ਨਾਲ। ਮਾਫ਼ ਕਰਿਓ ਜੇ ਕਿਤੇ ਇੱਦੋਂ ਵੱਡਿਆਂ ਦੇ ਨਾਲ ਪੰਗਾ ਲੈ ਲਿਆ ਵੀ ਤੁਸੀਂ ਕਿੰਨਾ ਜਪਜੀ ਸਾਹਿਬ ਦਾ ਪਾਠ ਕੀਤਾ, ਬਸ ਹੈ ਫਿਰ ਤੇ ਨਹੀਂ ਹੁੰਦਾ ਕੰਠ। ਨਾ ਕਦੇ ਗੁਟਕਾ ਹੱਥ ਦੇ ਵਿੱਚ ਹੈ ਜਪਜੀ ਸਾਹਿਬ ਦੇ ਪਾਠ ਕੰਠ ਦੀ ਗੱਲ ਤਾਂ ਬਾਹਲੀ ਦੂਰ ਦੀ ਰਹਿ ਗਈ ਹੈ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਲੈ ਕੇ 12 ਸਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਕੋਲ ਰਹੇ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵਸਾਇਆ ਸੀ ਗੋਇੰਦਵਾਲ ਸਾਹਿਬ। ਉੱਥੇ ਗੋਂਦਾ ਖੱਤਰੀ ਰਹਿੰਦਾ ਸੀ। ਗੋਂਦੇ ਖੱਤਰੀ ਦਾ ਜਿਹੜਾ ਪਿੰਡ ਸੀ ਨਾ, ਉੱਥੇ ਜਿਹੜਾ ਵੀ ਆ ਕੇ ਪਿੰਡ ਵਸਾਉਂਦਾ ਸੀਗਾ ਉਹੀ ਬੰਦਾ ਸੀ ਜਿਹੜਾ ਉੱਥੋਂ ਉੱਜੜ ਜਾਂਦਾ ਸੀ। ਕਾਰਨ ਕਿ ਬਦਰੂਹਾਂ ਦਾ ਉੱਥੇ ਇੰਨਾ ਪ੍ਰਭਾਵ ਹੋ ਚੁੱਕਿਆ ਸੀ ਕਿ ਕਿਸੇ ਨੂੰ ਵਸਣ ਹੀ ਨਹੀਂ ਦਿੰਦੀਆਂ ਸੀ, ਵਸਣ ਹੀ ਨਹੀਂ ਦਿੰਦੀਆਂ ਸੀ ਕਿਸੇ ਨੂੰ। ਜਿਹੜਾ ਵੀ ਆਉਂਦਾ ਉਸੇ ਨੂੰ ਉਜਾੜ ਦਿੰਦੀਆਂ, ਜਿਹੜਾ ਵੀ ਆਉਂਦਾ ਉਸੇ ਨੂੰ ਉਜਾੜ ਦਿੰਦੀਆਂ। ਤੇ ਇਹ ਜਗ੍ਹਾ ਉਹ ਸੀ ਜਦੋਂ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਐ ਤੇ ਉਹਨਾਂ ਟਾਈਮਾਂ ਦੇ ਵਿੱਚ ਕਿਹੜੀਆਂ ਸੜਕਾਂ ਹੁੰਦੀਆਂ ਸੀਗੀਆਂ, ਮੇਨ ਰਸਤਾ ਸੀ ਜਿਹੜਾ ਜਿੱਥੇ ਅੱਜ ਗੋਬਿੰਦਵਾਲ ਸਾਹਿਬ ਹੈ, ਇੱਥੋਂ ਦੀ ਹਰੇਕ ਲੰਘਦਾ ਸੀ ਰਾਹੀ ਪਾਂਦੀ, ਜਿੱਥੇ ਅੱਜ ਗੋਬਿੰਦਵਾਲ ਸਾਹਿਬ ਹੈ। ਤੇ ਇੱਥੇ ਜਦੋਂ ਵੀ ਕੋਈ ਨਗਰ ਵਸਾਉਣ ਦੀ ਗੱਲ ਕਰਿਆ ਕਰੇ ਤੇ ਜਿਹੜੀਆਂ ਭਟਕਦੀਆਂ ਹੋਈਆਂ ਰੂਹਾਂ ਸੀ ਉਹ ਉਸੇ ਘਰ ਨੂੰ ਉਜਾੜ ਕੇ ਰੱਖ ਦਿਆ ਕਰ। ਫਿਰ ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਗੋਂਦੇ ਖੱਤਰੀ ਦੇ ਨਾਮ ਤੇ ਗੋਇੰਦਵਾਲ ਸਾਹਿਬ ਵਸਾਇਆ ਸੀ। ਇਹ ਲੰਬੀ ਚੌੜੀ ਵਾਰਤਾ, ਚਲੋ ਫੇਰ ਸਹੀ ਕਦੀ। ਗੋਇੰਦਵਾਲ ਸਾਹਿਬ ਵਸਾਇਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਗੋਂਦੇ ਖੱਤਰੀ ਦੇ ਨਾਮ ਤੇ ਉਸੇ ਜਗ੍ਹਾ ਤੇ ਗੋਬਿੰਦਵਾਲ ਸਾਹਿਬ ਨੂੰ ਅੱਜ ਇਤਿਹਾਸ ਦੇ ਵਿੱਚ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ। ਧੁਰਾ ਤੇ ਆਪ ਜੀ ਨੂੰ ਪਤਾ ਨਾ, ਪੁਰਾਣੇ ਜ਼ਮਾਨਿਆਂ 'ਚ ਕਿਹੜੀ ਚੀਜ਼ ਨੂੰ ਕਹਿੰਦੇ ਸੀ, ਤੁਹਾਨੂੰ ਪਤਾ ਹੀ ਹੈ। ਧੁਰਾ, ਸਿੱਖੀ ਦਾ ਧੁਰਾ ਗੋਬਿੰਦਵਾਲ ਸਾਹਿਬ। ਕਾਰਨ ਕਿ ਜਿੰਨਾ ਸਿੱਖੀ ਦਾ ਪ੍ਰਚਾਰ ਉਹਨਾਂ ਟਾਈਮ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਧਰਤੀ ਤੇ ਹੋਇਆ, ਇੰਨਾ ਸਿੱਖੀ ਦਾ ਪ੍ਰਚਾਰ ਕਿਸੇ ਹੋਰ ਜਗ੍ਹਾ ਤੇ ਨਹੀਂ ਹੋਇਆ ਸੀ ਉਹਨਾਂ ਟਾਈਮਾਂ 'ਚ। ਕਾਰਨ ਚਲੋ ਹੋਇਆ ਕਿਵੇਂ ਪ੍ਰਚਾਰ? ਪ੍ਰਚਾਰ ਹੋਇਆ ਕਿ ਉਹ ਮੇਨ ਰਸਤਾ ਸੀ ਦਿੱਲੀ ਤੇ ਲਾਹੌਰ ਦਾ, ਸਾਰੇ ਉੱਥੋਂ ਦੀ ਰਾਹੀ ਪਾਂਦੇ ਬਾਦਸ਼ਾਹ ਵਰਗੇ ਲੰਘਦੇ ਹੁੰਦੇ ਸੀ।
ਤੇ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇੱਕ ਵਚਨ ਕੀਤਾ ਸੀ, ਕਹਿੰਦੇ ਇਸੇ ਜਗ੍ਹਾ ਤੇ 24 ਘੰਟੇ ਜਿਹੜਾ ਹੈ ਆਪਾਂ ਹਰ ਇੱਕ ਨੂੰ ਲੰਗਰ ਛਕਾਉਣਾ ਹੈ। 24 ਘੰਟੇ 24 ਘੰਟੇ ਲੰਗਰ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਵਚਨ ਕੀਤੇ, ਫਿਰ ਉੱਥੇ 24 ਘੰਟੇ ਸੀ ਜਿਹੜਾ ਲੰਗਰ ਚੱਲਦਾ ਰਿਹਾ। ਅਕਬਰ ਬਾਦਸ਼ਾਹ ਨੇ ਵੀ ਪੱਟੀ ਤੇ ਬਹਿ ਕੇ ਲੰਗਰ ਛਕਿਆ ਸੀ। ਇਹ ਇਤਿਹਾਸ ਤੋਂ ਆਪ ਜੀ ਨੂੰ ਮੈਂ ਜਾਣੂ ਕਰਵਾ ਚੁੱਕੇ। ਇਸ ਤੋਂ तमाम जिन्नियां दुनिया के लोग से, व्यापारी से, किसी भी प्रकार के काम करते, जेड़ा उस रस्ते लंघदा ते सब तो पहला उत्थे बह के प्रशादा छकदा ते नाल नाल गुरु के लंगर दे नाल शब्द का लंगर चलदा हुंदा सी। गुरु अमरदास साहिब जी महाराज कथा कीर्तन करते हुंदे सी। शब्द का लंगर, शब्द लंगर चलै गुर शब्द हर तोट ना आवी खट्टी है। लंगर का शब्द उत्थे सिੱਖੀ ਦਾ ਧੁਰਾ इस करके मन्निया गया कि जिन्ने दुनिया भर के लोग उत्थे गुरु अमरदास साहिब महाराज के कोल आउंदे सी, उन्हां नूं पहले लंगर फिर गुरु के शब्द का सी जिहड़ा उन्हां नूं जाणू करवाया जांदा। इस कारण करके सब तो वध प्रचार सी जिहड़ा गोविंदवाल साहिब दे विच होया, जिहदे करके सिੱਖੀ ਦਾ ਧੁਰਾ कहा जांदा। उस गुरु साहिब जी महाराज किरपा करन ते उत्थे गुरु अर्जन देव साहिब जी महाराज सच्चे पातशाह भी बचपन के 12 साल उन्होंने बीते ने। जदों उन्होंने 12 साल उत्थे बीते ते 12 साल दे विच बाबा मोहन जी अते बाबा मोहरी जी सके मामिया तो दोनों तो इन्हां ने गुरमत की विद्या सी जिहड़ी वो हासिल की बचपन दे विच। क्योंकि बच्चे जदों 12 साल तो थल्ले हुंदे ने, उन्होंने जो तुसीं बुलाओगे उही बोलणगे, जो पढ़ाओगे उही पढ़नगे, जो देखना सिखाओगे उही देखणगे। 12 साल धर्म के मुताबिक जिहड़ी बच्चे की उम्र है ना, जिन्हों असीं बचपना मनते हैं, वो 12 साल तक ही मनी गई है। गुरु ग्रंथ साहिब महाराज के विच दर्ज 12 वर्ष बालपन बीते, 20 वर्ष कस 12 जिहड़े साल ने बच्चे दे ये बचपने दे मन्ने गए, उस तो बाद नहीं है। तो गुरु साहिब जी महाराज जी ने महान किरपा हुई अकाल पुरख की, उत्थे महाराज जी बचपन दे विच गुरमत पढ़ी। जदों बाबा बुढ़ा साहिब जी ने पिरथी चंद के ग्रंथ बारे दसिया, फिर गुरु अर्जन देव साहिब जी महाराज जी कहन लगे, जाओ कहंदे आपां भी हुण एक ग्रंथ की रचना करनी है। ये लोड़ पई सी इस करके क्योंकि पिरथी चंद ने बराबर सी जिहड़ा वो ग्रंथ रच लिया सी। जिथों लोड़ पई गुरु अर्जन देव साहिब जी महाराज नूं कि सारी पोथियां दी बाणी जिहड़ी है वो एक पोथी दे विच दर्ज करके संगतां दे सामने पेश कीती जावे, ताकि आउण वाले समय दे विच जिहड़ा है संगतां किसी भी प्रकार की दुविधा दे विच ना रहन। असलीयत जो गुरु नानक देव साहिब महाराज दे वचन ने, जो गुरु अंगद देव साहिब महाराज दे, गुरु अमरदास साहिब महाराज दे, गुरु रामदास साहिब जी महाराज दे जिन्ने वचन ने, वो पातशाह दे वचन संगतां दे सामने पेश किए जान। इसे कारण करके गुरु अर्जन देव साहिब जी महाराज नूं लोड़ पई सी कि सारियां पोथियां नूं एक जगह ते एकत्र करन वास्ते, जिथों ये शुरुआत हुई है। उस तो बाद सी जिहड़ा ये गुरु अर्जन देव साहिब जी महाराज जियां दे मामियां दे कोल सी पोथियां। क्यों? क्योंकि जिहड़ी गुरु नानक देव साहिब जी महाराज ने बाणी रचना की, गुरता गद्दी उदों मिलती सी जदों शरीर तो वख हो जाते सी ते कल्ला शब्द रह जाता सी। गुरु नानक महाराज ने जिन्नी बाणी रचनी, जदों भाई लैणा जी शरीर तो वख हो गए तो उस तो नाल नाल सी जिहड़ा फिर ये गुरु का शब्द रह गया। गुरु नानक ने सारी बाणी भाई लैणे नूं दित्ती। जदों गुरु अंगद देव साहिब महाराज का समा आया, गुरु बाबा अमरू जी लम्मा समा सेवा करते रहे। जदों उन्होंने पता लग गया कि हुण ये शरीर तो वख हो चुके ने, हुण शरीर एक पासे हो गया, कल्ला शब्द रह गया, फिर जिन्नी बाबे नानक दी अते गुरु अंगद देव साहिब महाराज जी दी जिन्नी बाणी सी
ਉਹ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ, ਨਾਲ ਗੁਰਤਾ ਗੱਦੀ ਦੇ ਇਹ ਸਾਰੇ ਦੇ ਸਾਰੇ ਸ਼ਬਦ ਸੀ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਦਿੱਤੇ। ਸ਼ਬਦ ਦੇ ਕੇ ਹੀ ਗੁਰਤਾ ਗੱਦੀ ਦਿੱਤੀ ਗਈ ਸੀ। ਸ਼ਬਦ ਦੀ ਗੁਰਤਾ ਗੱਦੀ ਚੱਲਦੀ ਹੈ, ਸਰੀਰ ਦੀ ਨਹੀਂ। ਫਿਰ ਉਸ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਸਮਾਂ, ਫਿਰ ਉਹਨਾਂ ਨੇ ਸਾਰੇ ਦੇ ਸਾਰੇ ਸ਼ਬਦ ਸੀ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ, ਤੇ ਇਹ ਸੀ ਜਿਹੜੀਆਂ ਪੋਥੀਆਂ ਸੀ ਇਹ ਬਾਬਾ ਮੋਹਣੀ ਜੀ ਅਤੇ ਬਾਬਾ ਮੋਹਰੀ ਜੀ ਇਹਨਾਂ ਦੇ ਕੋਲ ਰਹਿ ਗਈਆਂ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸਕੇ ਮਾਮਿਆਂ ਦੇ ਕੋਲ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਪਿਰਥੀ ਚੰਦ ਬਾਰੇ ਇੰਨਾ ਕੁਝ ਪਤਾ ਲੱਗਿਆ, ਤੇ ਹੁਣ ਇਹ ਜਿਹੜੇ ਬਾਬਾ ਮੋਹਣ ਜੀ ਤੇ ਜੇ ਮੋਹਰੀ ਜੀ ਸੀ, ਇਹ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮਾਮੇ ਵੀ ਸੀ, ਤੇ ਮਹਾਦੇਵ ਦੇ ਸੀ, ਤੇ ਪਿਰਥੀ ਚੰਦ ਦੇ ਵੀ ਸੀਗੇ। ਇਹ ਤਾਂ ਤਿੰਨਾਂ ਦੇ ਮਾਮੇ ਸੀ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇੱਥੋਂ ਹੁਕਮ ਕੀਤਾ ਸੀ, ਕਹਿਣ ਲੱਗੇ ਜਾਓ ਸਿੱਖੋ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿਹਾ, ਕਹਿਣ ਲੱਗੇ ਤੁਸੀਂ ਜਾਓ, ਜਾ ਕੇ ਕਹਿੰਦੇ ਜਿੰਨੀਆਂ ਪੋਥੀਆਂ ਨੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਦੇ ਕੋਲ, ਉਹ ਸਾਰੀ ਦੀਆਂ ਸਾਰੀਆਂ ਪੋਥੀਆਂ ਤੁਸੀਂ ਲੈ ਕੇ ਆਓ, ਤਾਂ ਕਿ ਇੱਕੋ ਜਗ੍ਹਾ ਤੇ ਗੁਰਬਾਣੀ ਦੀ ਸ਼ਬਦ ਦੀ ਜਿਹੜੀ ਹੈ ਉਹਨੂੰ ਲਿਖਤੀ ਰੂਪ ਦੇ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਫਿਰ ਇੱਥੋਂ ਸਿੱਖ ਗਏ ਸੀ ਉਹ ਪੋਥੀਆਂ ਲੈਣ ਵਾਸਤੇ। ਅਗਾਹਾਂ ਦਾ ਜੋ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਹੈ ਉਹ ਆਪਾਂ ਸਰਵਣ ਕਰਾਂਗੇ। ਅਗਾਹਾਂ ਬਾਬਾ ਮੋਹਨ ਜੀ ਤੇ ਮੋਹਰੀ ਜੀਆਂ ਨੇ ਪੋਥੀਆਂ ਕਿਵੇਂ ਦਿੱਤੀਆਂ, ਕੀ ਕੀਤਾ, ਇਹ ਸਾਰਾ ਕਰਾਂ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਮਹਾਨ ਕਿਰਪਾ ਕੀਤੀ ਹੈ। ਇਹ ਜੋ ਕਥਾ ਦਾ ਆਪਾਂ ਲੜੀਵਾਰ ਲੜੀ ਦੇ ਨਾਲ ਲੜੀ ਜੋੜਨ ਦੇ ਯਤਨ ਕਰਦੇ ਪਏ ਹਾਂ, ਤੇ ਆਪ ਜੀ ਇਹਨੂੰ ਪਿਛੋਕੜ ਤੋਂ ਲੈ ਕੇ ਚੇਤੇ ਰੱਖਿਓ, ਤਾਂ ਕਿ ਇਹ ਜਿਹੜੀ ਵਿਸਾਖੀ ਦੇ ਦਿਹਾੜੇ ਦੇ ਸੰਬੰਧ ਦੇ ਵਿੱਚ ਆਪਾਂ ਸਮਾਗਮ ਹੈ ਜਿਹੜਾ ਇਹ ਸ਼ੁਰੂਆਤ ਕੀਤੀ ਹੋਈ ਹੈ। ਅਕਾਲ ਪੁਰਖ ਕਿਰਪਾ ਕਰਦੇ ਨੇ, ਸੰਗਤਾਂ ਰਹਿਮਤਾਂ ਕਰਦੀਆਂ ਨੇ, ਆਪਾਂ ਸਾਰੇ ਇਕੱਤਰ ਹੋ ਕੇ ਇਹ ਵਿਸਾਖੀ ਦੇ ਦਿਹਾੜੇ ਦੇ ਵਿੱਚ ਹੀ ਆਪਾਂ ਬੈਠੇ ਹਾਂ। ਅੰਮ੍ਰਿਤ ਵੇਲਾ ਨਾ ਜਿਹੜਾ ਸਾਡਾ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਵਿਸਾਖੀ ਦਾ ਦਿਹਾੜਾ, ਸੰਗਤਾਂ ਆਉਂਦੀਆਂ ਨੇ ਉੱਥੇ ਦਰਸ਼ਨ ਦੀਦਾਰੇ ਕਰਦੀਆਂ, ਭੇਟਾਂ ਰੱਖਦੀਆਂ, ਅਨੇਕਾਂ ਕੁਛ। ਪਰ ਅਕਾਲ ਪੁਰਖ ਨੇ ਇੱਕ ਬਹੁਤ ਵੱਡੀ ਮਹਾਨ ਕਿਰਪਾ ਕੀਤੀ ਆਪਣੇ ਤੇ, ਕਿ ਵਿਸਾਖੀ ਦੇ ਦਿਹਾੜੇ ਦਾ ਜੋ ਸ਼ਬਦ ਦਾ ਜੋ ਹੈਗਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਪ੍ਰਤਾਪ, ਉਹ ਅੰਮ੍ਰਿਤ ਵੇਲੇ ਨਿਤ ਵਰਤਦਾ ਹੈ। ਅਕਾਲ ਪੁਰਖ ਕਿਰਪਾ ਕਰਦੇ ਹਨ। ਆਓ ਆਪਣਾ ਸਮਾਪਤੀ ਦਾ ਸਮਾਂ ਬਾਕੀ ਰਹਿੰਦਾ ਇਤਿਹਾਸ ਕਾਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।